ਹੈਲੋ ਡੀਅਰ ਸਟੂਡੈਂਟਸ। ਬੇਟੇ ਅੱਜ ਆਪਾਂ ਜੋ 9th ਕਲਾਸ ਦਾ ਚੈਪਟਰ ਆਵਰ ਨੈਚੁਰਲ ਰਿਸੋਰਸਿਸ ਉਸਦੇ ਕੁਐਸਚਨ ਆਨਸਰ ਡਿਸਕਸ ਕਰਾਂਗੇ। ਫਸਟ ਕੁਐਸਚਨ ਹੈ, ਹਾਊ ਇਜ਼ ਆਵਰ ਐਟਮੋਸਫੀਅਰ ਡਿਫਰੈਂਟ ਫਰਮ ਦਾ ਐਟਮੋਸਫੀਅਰ ਆਫ ਵੀਨਸ ਐਂਡ ਮਾਰਸ। ਸਾਡਾ ਜਿਹੜਾ ਐਟਮੋਸਫੀਅਰ ਹੈ ਉਹ ਜੋ ਪਲੈਨਟ ਹਨ ਵੀਨਸ ਅਤੇ ਮਾਰਸ ਉਹਨਾਂ ਨਾਲੋਂ ਡਿਫਰੈਂਟ ਕਿਉਂ ਹੈ। ਸਾਡਾ ਜੋ ਧਰਤੀ ਦਾ ਐਟਮੋਸਫੀਅਰ ਹੈ ਇੱਥੇ ਜੋ ਕਾਰਬਨ ਦੀ ਕੁਆਂਟੀਟੀ ਹੈ 0.03% ਹੈ ਅਤੇ ਕਾਰਬਨ ਹੈ ਜਿਹੜੀ ਅਸੀਂ ਜਾਣਦੇ ਹਾਂ ਕਿ ਇਟ ਐਬਜ਼ੋਰਬਸ ਇਨਫਰਾਰੈਡ ਰੇਜ਼ ਕਮਿੰਗ ਫਰੋਮ ਦਾ ਸਨ and responsible for greenhouse effect। ਸੂਰਜ ਤੋਂ ਆ ਰਹੀਆਂ ਇਨਫਰਾਰੈਡ ਰੇਜ਼ ਨੂੰ ਅਬਜ਼ੋਰਬ ਕਰਦੀ ਹੈ ਅਤੇ ਹੀਟ ਪ੍ਰੋਡਿਊਸ ਕਰਦੀ ਹੈ। ਧਰਤੀ ਦੇ ਕੰਪੈਰੀਜ਼ਨ ਜੋ ਵੀਨਸ ਅਤੇ ਮਾਰਸ ਹਨ ਉੱਥੇ ਕਾਰਬਨ ਦੀ ਕੁਆਂਟੀਟੀ ਬਹੁਤ ਜ਼ਿਆਦਾ ਹੈ, 95 to 97%। In planets such as Venus and Mars, the major component of atmosphere is 95 to 97% of carbon dioxide। ਇੰਨੀ ਜ਼ਿਆਦਾ ਕਾਰਬਨ ਹੈ। ਐਂਡ ਇਟ ਡਜ਼ਨਟ ਸਪੋਰਟ ਲਾਈਫ, ਇਹ ਲਾਈਫ ਨੂੰ ਸਪੋਰਟ ਨਹੀਂ ਕਰੇਗੀ। ਉਸ 'ਤੇ ਟੈਂਪਰੇਚਰ ਇੰਨਾ ਜ਼ਿਆਦਾ ਹੋ ਜਾਏਗਾ, ਹੀਟ ਹੈ ਜਿਹੜੀ ਗ੍ਰੀਨ ਹਾਊਸ ਇਫੈਕਟ ਇੰਨਾ ਜ਼ਿਆਦਾ ਹੋ ਜਾਏਗਾ ਜੋ ਧਰਤੀ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਐਟਮੋਸਫੀਅਰ ਔਨ ਪਲੈਨਟ ਅਰਥ, ਜੋ ਸਾਡਾ ਐਟਮੋਸਫੀਅਰ ਇਜ਼ ਏ ਮਿਕਸਚਰ ਆਫ ਨਾਈਟ੍ਰੋਜਨ 78%, ਆਕਸੀਜਨ 21% ਐਂਡ ਕਾਰਬਨ ਇਜ਼ ਓਨਲੀ 0.03% ਐਂਡ ਵਾਟਰ ਵੇਪਰਸ ਦੈਟ ਹੈਲਪਸ ਲਾਈਫ ਟੂ ਐਗਜ਼ਿਸਟ ਔਨ ਅਰਥ, ਜਿਹਦੇ ਕਰਕੇ ਧਰਤੀ 'ਤੇ ਲਾਈਫ ਹੈ। ਵੀਨਸ ਅਤੇ ਮਾਰਸ ਦੇ ਉੱਤੇ ਜਿਹੜਾ ਕਾਰਬਨ ਹੈ ਉਸਦੀ ਕੁਆਂਟੀਟੀ ਜ਼ਿਆਦਾ ਹੈ। ਸੈਕਿੰਡ, ਹਾਊ ਡਜ਼ ਐਟਮੋਸਫੀਅਰ ਐਕਟ ਐਜ਼ ਏ ਬਲੈਂਕੇਟ। ਜੋ ਐਟਮੋਸਫੀਅਰ ਹੈ, ਤਿੰਨ ਸਫੀਅਰ ਹਨ। ਜੋ ਹਵਾ ਵਾਲਾ ਹੈ, ਧਰਤੀ ਤੋਂ ਉੱਪਰ ਜੋ ਲੇਅਰ ਹੈ ਹਵਾ ਦੀ ਉਸਨੂੰ ਐਟਮੋਸਫੀਅਰ ਕਿਹਾ ਜਾਂਦਾ ਹੈ ਅਤੇ ਪਾਣੀ ਵਾਲੇ ਖੇਤਰ ਨੂੰ ਹਾਈਡਰੋਸਫੀਅਰ ਕਿਹਾ ਜਾਂਦਾ ਹੈ ਅਤੇ ਮਿੱਟੀ ਵਾਲੇ ਖੇਤਰ ਨੂੰ ਲਿਥੋਸਫੀਅਰ ਕਿਹਾ ਜਾਂਦਾ ਹੈ। ਇਹ ਤਿੰਨੋਂ ਸਫੀਅਰ ਮਿਲ ਕੇ ਬਾਇਓਸਫੀਅਰ ਬਣਾਉਂਦੇ ਹਨ, ਜਿੱਥੇ ਤਿੰਨੋਂ ਹੁੰਦੇ ਹਨ ਹਵਾ, ਪਾਣੀ ਅਤੇ ਮਿੱਟੀ। ਐਟਮੋਸਫੀਅਰ, ਹਾਈਡਰੋਸਫੀਅਰ ਐਂਡ ਲਿਥੋਸਫੀਅਰ ਤੁਸੀਂ ਪੜ੍ਹਿਆ ਹੋਇਆ ਹੈ ਆਲਰੇਡੀ ਲੋਅਰ ਕਲਾਸਿਸ ਦੇ ਵਿੱਚ। ਇੱਥੇ ਅਸੀਂ ਡਿਸਕਸ ਕਰਨਾ ਹਾਊ ਐਟਮੋਸਫੀਅਰ ਜੋ ਹਵਾ ਨਾਲ ਏਅਰ ਨਾਲ ਰਿਲੇਟਡ ਹੈ ਐਕਟ ਐਜ਼ ਏ ਬਲੈਂਕਟ। ਬਲੈਂਕਟ ਦਾ ਕੰਮ ਕਿਵੇਂ ਕਰਦਾ ਹੈ। ਨੰਬਰ 1, ਏਅਰ ਇਜ਼ ਏ ਬੈਡ ਕੰਡਕਟਰ ਆਫ ਹੀਟ। ਇਹ ਇੱਕ ਬੈਡ ਕੰਡਕਟਰ ਆਫ ਹੀਟ ਹੈ। ਹੀਟ ਇਸ ਦੇ ਵਿੱਚ ਹੀ ਪਾਸ ਨਹੀਂ ਹੁੰਦੀ, ਇਸ ਲਈ ਜਦੋਂ ਸੂਰਜ ਤੋਂ ਹੀਟ ਆਉਂਦੀ ਹੈ ਜਿੰਨੀ ਇੱਥੇ ਕਾਰਬਨ ਹੈ 0.03 ਉਹ ਓਨੀ ਅਬਜ਼ੋਰਬ ਕਰਦੀ ਹੈ। ਬਾਕੀ ਵਾਲੀ ਹੀਟ ਹੈ ਜਿਹੜੀ ਧਰਤੀ 'ਤੇ ਅਸਰ ਨਹੀਂ ਕਰਦੀ ਹਵਾ ਹੋਣ ਕਾਰਨ, ਐਟਮੋਸਫੀਅਰ ਹੋਣ ਕਾਰਨ। ਸੋ ਦੀ ਐਟਮੋਸਫੀਅਰ ਕੀਪਸ ਦੀ ਐਵਰੇਜ ਟੈਂਪਰੇਚਰ ਆਫ ਅਰਥ ਫੇਅਰਲੀ ਸਟੱਡੀ ਡੂਰਿੰਗ ਦਾ ਡੇ ਐਂਡ ਈਵਨ ਡੂਰਿੰਗ ਦਾ ਕੋਰਸ ਆਫ ਹੋਲ ਈਅਰ। ਇਸ ਲਈ ਐਟਮੋਸਫੀਅਰ ਕਰਕੇ ਹੀ ਇੱਥੇ ਜਿਹੜਾ ਦਿਨ ਦਾ ਟੈਂਪਰੇਚਰ ਆ ਅਤੇ ਸਾਰੇ ਸਾਲ ਦਾ ਜੋ ਟੈਂਪਰੇਚਰ ਹੈ ਉਹ ਮੇਨਟੇਨ ਰਹਿੰਦਾ ਹੈ। ਦੀ ਐਟਮੋਸਫੀਅਰ ਪ੍ਰੀਵੈਂਟਸ ਦੀ ਸਡਨ ਇਨਕਰੀਜ਼ ਔਰ ਡਿਕਰੀਜ਼ ਇਨ ਟੈਂਪਰੇਚਰ। ਐਟਮੋਸਫੀਅਰ ਕਾਰਨ ਹੀ ਇੱਕਦਮ ਟੈਂਪਰੇਚਰ ਵੱਧਦਾ ਘਟਦਾ ਨਹੀਂ ਹੈ। ਜਿਸ ਤਰ੍ਹਾਂ ਵੀਨਸ ਅਤੇ ਮਾਰਸ ਉੱਪਰ ਪੜ੍ਹਿਆ ਹੈ ਉੱਥੇ ਕਾਰਬਨ ਜ਼ਿਆਦਾ ਹੋਣ ਕਰਕੇ ਟੈਂਪਰੇਚਰ ਜ਼ਿਆਦਾ ਹੈ। ਧਰਤੀ ਦੇ ਉੱਤੇ ਐਟਮੋਸਫੀਅਰ ਹੋਣ ਕਰਕੇ ਪ੍ਰੋਪਰ ਜਿਹੜਾ ਟੈਂਪਰੇਚਰ ਆ ਇੱਕਦਮ ਇਨਕਰੀਜ਼ ਜਾਂ ਫਾਲ ਨਹੀਂ ਹੁੰਦਾ। ਥਰਡ ਕੁਐਸਚਨ, ਵਾਟ ਕਾਜ਼ਿਜ਼ ਵਿੰਡਸ। ਹਵਾ ਚੱਲਣ ਦਾ ਕੀ ਕਾਰਨ ਹੈ।
A movement of air are caused by the uneven means unequal heating of the atmosphere in different regions of earth। ਧਰਤੀ ਦੇ ਉੱਤੇ ਅਲੱਗ-ਅਲੱਗ ਏਰੀਏ ਦੇ ਟੈਂਪਰੇਚਰ ਅਲੱਗ-ਅਲੱਗ ਹਨ, ਹੀਟ ਅਲੱਗ-ਅਲੱਗ ਹੁੰਦੀ ਹੈ। ਜਿੱਥੇ ਹੀਟ ਜ਼ਿਆਦਾ ਹੁੰਦੀ ਹੈ ਉੱਥੋਂ ਹਵਾ ਲਾਈਟ ਹੋ ਕੇ ਉੱਪਰ ਉੱਠਦੀ ਹੈ ਅਤੇ ਉਸ ਦੀ ਥਾਂ ਲੈਣ ਲਈ ਉੱਥੇ ਪ੍ਰੈਸ਼ਰ ਘੱਟ ਜਾਂਦਾ ਹੈ। ਉਸ ਨੂੰ ਪੂਰਾ ਕਰਨ ਲਈ ਹਵਾ ਉਸ ਡਾਇਰੈਕਸ਼ਨ ਵੱਲ ਨੂੰ ਹੀ ਮੂਵ ਕਰਦੀ ਹੈ। ਸੋ ਇੱਕ ਵਾਰ ਆਪਾਂ ਦੁਬਾਰਾ ਇਸ ਨੂੰ ਪੜ੍ਹੀਏ। The movement of air are caused by the uneven or unequal heating of the atmosphere in the different regions of the earth। Air above land gets heated faster, ਜਿੱਥੇ ਹੀਟ ਜ਼ਿਆਦਾ ਤੇਜ਼ ਹੋ ਜਾਂਦੀ ਹੈ, and being lighter starts rising, ਅਤੇ ਹਲਕੀ ਹੋਣ ਕਾਰਨ ਉੱਪਰ ਉੱਠਦੀ ਹੈ। A region of low pressure is created, ਉੱਥੇ ਪ੍ਰੈਸ਼ਰ ਹੈ ਜਿਹੜਾ ਹਵਾ ਦਾ ਘਟ ਜਾਂਦਾ ਹੈ। Due to this, ਇਸ ਕਰਕੇ all over the sea moves into the area of pressure, ਇਸ ਲਈ ਉਸ ਏਰੀਏ ਨੂੰ, ਉਸ ਪ੍ਰੈਸ਼ਰ ਨੂੰ, ਲੋ ਪ੍ਰੈਸ਼ਰ ਨੂੰ ਕਵਰ ਕਰਨ ਲਈ ਉਸ ਤਰ੍ਹਾਂ ਨੂੰ ਉੱਧਰ ਨੂੰ ਹਵਾ ਜਿਹੜੀ ਹੈ ਮੂਵਮੈਂਟ ਕਰਦੀ ਹੈ। ਫੈਕਟਰਸ ਵਿੱਚ ਕੰਟਰੋਲ ਦੀ ਮੂਵਮੈਂਟ ਆਫ ਵਿੰਡ, ਕਿਹੜੇ ਕਿਹੜੇ ਫੈਕਟਰ ਨੇ, ਕਿਹੜੇ ਕਿਹੜੇ ਤੱਥ ਨੇ ਜਿਹੜੇ ਹਵਾ ਦੀ ਮੂਵਮੈਂਟ ਨੂੰ ਕੰਟਰੋਲ ਕਰਦੇ ਹਨ। ਕਈ ਫੈਕਟਰ ਹਨ, ਆਪਾਂ ਡਿਸਕਸ ਕਰਦੇ ਹਾਂ। ਨੰਬਰ 1 ਦੀ ਰੋਟੇਸ਼ਨ ਆਫ ਅਰਥ, ਧਰਤੀ ਦਾ ਘੁੰਮਣਾ, ਐਂਡ ਪ੍ਰੈਜੈਂਸ ਆਫ ਮਾਊਂਟੇਨਸ ਰੇਂਜ ਆਰ ਅਦਰ ਫੈਕਟਰਸ ਵਿਚ ਕਾਜ਼ਜ਼ ਵਿੰਡ, ਅਤੇ ਇੱਕ ਪਹਾੜ ਜਿਨ੍ਹਾਂ ਕਰਕੇ ਹਵਾ ਚੱਲਦੀ ਹੈ, ਧਰਤੀ ਦਾ ਘੁੰਮਣਾ ਅਤੇ ਪਹਾੜਾਂ ਦੀ ਹਾਜ਼ਰੀ। ਦੂਸਰਾ ਅਨਈਵਨ ਹੀਟਿੰਗ ਆਫ ਲੈਂਡ ਇਨ ਡਿਫਰੈਂਟ ਪਾਰਟਸ ਆਫ ਅਰਥ, ਧਰਤੀ ਦੇ ਅਲੱਗ-ਅਲੱਗ ਪਾਰਟਾਂ ਦੇ ਉੱਤੇ ਅਲੱਗ-ਅਲੱਗ ਹੀਟ ਲੈਵਲ ਹੋਣਾ। ਕੋਈ ਏਰੀਆ ਠੰਡਾ ਹੈ, ਜਿਸ ਸਾਈਡ ਗਲੇਸ਼ੀਅਰ ਹਨ, ਠੰਡਾ ਹੈ, ਹੀਟ ਘੱਟ ਹੈ। ਜਿੱਥੇ ਸੂਰਜ ਦੀ ਲਾਈਟ ਵੱਧ ਸਮੇਂ ਲਈ ਪੈਂਦੀ ਹੈ ਉੱਥੇ ਹੀਟ ਜ਼ਿਆਦਾ ਹੁੰਦੀ ਹੈ, ਅਤੇ ਜ਼ਿਆਦਾ ਹੀਟ ਹੋਣ ਕਾਰਨ ਏਅਰ ਆ ਜਿਹੜੀ ਲਾਈਟ ਹੋ ਜਾਂਦੀ ਆ ਅਤੇ ਉੱਪਰ ਉੱਠਦੀ ਆ। ਉਸ ਨੂੰ ਪੂਰਾ ਕਰਨ ਲਈ ਉਸ ਡਾਇਰੈਕਸ਼ਨ ਵੱਲ ਹਵਾ ਚੱਲਦੀ ਹੈ। ਅਗਲਾ ਵੀ ਇਹੀ ਹੈ, ਡਿਫਰੈਂਸਿਸ ਇਨ ਹੀਟਿੰਗ ਐਂਡ ਕੂਲਿੰਗ ਆਫ ਲੈਂਡ ਐਂਡ ਵਾਟਰ, ਧਰਤੀ ਅਤੇ ਪਾਣੀ ਦਾ ਅਲੱਗ-ਅਲੱਗ ਹੀਟ ਅਤੇ ਕੂਲ ਹੋਣਾ। ਅਲੱਗ-ਅਲੱਗ, ਕਿਤੇ ਹੀਟ ਜ਼ਿਆਦਾ ਹੈ, ਕਿਤੇ ਹੀਟ ਘੱਟ ਹੈ। ਸੋ ਮੇਨ ਜਿਹੜਾ ਕਾਰਨ ਹੈ ਆਪਾਂ ਉੱਪਰ ਪੜ੍ਹਿਆ ਹੈ, ਅਨਈਵਨ ਹੀਟਿੰਗ, ਇੱਕੋ ਜਿਹੀ ਹੀਟਿੰਗ ਨਹੀਂ ਹੁੰਦੀ। ਜਿਸ 'ਤੇ ਹੀਟ ਜ਼ਿਆਦਾ ਹੋ ਜਾਂਦੀ ਹੈ ਉੱਥੋਂ ਹਵਾ ਉੱਪਰ ਉੱਠਦੀ ਹੈ ਅਤੇ ਉਸੇ ਡਾਇਰੈਕਸ਼ਨ 'ਚ ਨੂੰ ਹਵਾ ਚੱਲ ਪੈਂਦੀ ਹੈ। 4th ਕੁਐਸਚਨ, ਹਾਊ ਆਰ ਕਲਾਊਡਸ ਫਾਰਮਡ, ਪਹਿਲਾਂ ਵੀ ਪੜ੍ਹਿਆ ਹੈ। ਕਲਾਊਡਸ ਕਿਵੇਂ ਬਣਦੇ ਹਨ? ਵਾਟਰ ਵੇਪਰਸ ਉੱਪਰ ਉੱਠਦੇ ਹਨ ਅਤੇ ਕੰਡੈਂਸ ਹੋ ਜਾਂਦੇ ਹਨ, ਠੰਡੇ ਹੋ ਜਾਂਦੇ ਹਨ ਅਤੇ ਉਹਨਾਂ ਦੀ ਡਰੋਪ ਬਣ ਜਾਂਦੀ ਹੈ। ਪੜ੍ਹੋ ਥੋੜ੍ਹਾ ਬੇਟੇ। ਕਲਾਊਡਸ ਆਰ ਫਾਰਮਡ ਬਾਏ ਦਾ ਕੰਡੈਂਸੇਸ਼ਨ ਆਫ ਵਾਟਰ ਡਰੋਪਲੇਟਸ ਇਨ ਏਅਰ, ਬੱਦਲ ਵਾਟਰ ਡਰੋਪਲੇਟਸ ਦਾ ਕੰਡੈਂਸ ਹੋਣਾ, ਠੰਡਾ ਹੋਣ ਨਾਲ ਬਣਦੇ ਹਨ। ਇਟ ਅਕਰਜ਼ ਐਟ ਦੀ ਲਾਰਜ ਅਮਾਊਂਟ ਆਫ ਵਾਟਰ, ਇਹ ਕਦੋਂ ਹੁੰਦਾ ਹੈ? ਇਟ ਅਕਰਜ਼ ਐਜ਼ ਲਾਰਜ ਅਮਾਊਂਟ ਆਫ ਵਾਟਰ ਵੇਪਰਸ ਇਵੈਪੋਰੇਟ ਐਂਡ ਗੋਜ਼ ਇਨ ਟੂ ਏਅਰ, ਜਦੋਂ ਪਾਣੀ ਦੇ ਵੇਪਰਸ ਇਵੈਪੋਰੇਟ ਹੋ ਜਾਂਦੇ ਨੇ ਅਤੇ ਹਵਾ 'ਚ ਜਾਂਦੇ ਨੇ। ਏਅਰ ਰਾਈਜ਼ਜ਼ ਅਪ, ਹਵਾ ਉੱਪਰ ਜਾਂਦੀ ਹੈ। ਇਟ ਐਕਸਪੈਂਡਸ ਐਂਡ ਕੂਲਸ, ਉੱਪਰ ਜਾ ਕੇ ਐਕਸਪੈਂਡ ਕਰ ਜਾਂਦੀ ਹੈ ਅਤੇ ਠੰਡੀ ਹੋ ਜਾਂਦੀ ਹੈ। ਦੀ ਕੂਲਿੰਗ ਕਾਜ਼ਜ਼ ਦੀ ਵਾਟਰ ਵੇਪਰਸ, ਕੂਲਿੰਗ ਹੋਣ ਨਾਲ ਉਹ ਵਾਟਰ ਦੇ ਵੇਪਰਸ ਨੇ ਜਿਹੜੇ ਇਨ ਦਾ ਏਅਰ ਟੂ ਕੰਡੈਂਸ, ਉਹ ਹਵਾ ਦੇ ਵਿੱਚ ਕੰਡੈਂਸ ਹੋ ਜਾਂਦੇ ਨੇ, ਠੰਡੇ ਹੋ ਜਾਂਦੇ ਨੇ। ਇਨ ਦਾ ਫਾਰਮ ਆਫ, ਜੁੜ ਜਾਂਦੇ ਨੇ ਠੰਡੇ ਹੋ ਕੇ, ਇਨ ਦਾ ਫਾਰਮ ਆਫ ਟਾਈਨੀ ਡਰੋਪਲੈਟਸ, ਅਤੇ ਇੱਕ ਛੋਟੇ ਡਰੋਪ ਦੇ ਰੂਪ ਧਾਰਨ ਕਰ ਲੈਂਦੇ ਨੇ, ਛੋਟਾ ਡਰੋਪ ਬਣ ਜਾਂਦੇ ਨੇ। ਦੀਜ਼ ਵਾਟਰ ਡਰੋਪਲੈਟਸ ਗੈਟ ਬਿਗਰ ਬਾਏ ਮੋਰ ਐਂਡ ਮੋਰ ਕੰਡੈਂਸੇਸ਼ਨ, ਇਸ ਦੇ ਨਾਲ ਹੋਰ ਵਾਟਰ ਜੁੜ ਜੁੜ ਕੇ ਇਹ ਬਿਗਰ ਜਿਹੜਾ ਡਰੋਪ ਹੈ ਵੱਡਾ ਹੋ ਜਾਂਦਾ ਹੈ। ਐਂਡ ਫਾਰਮਸ ਕਲਾਊਡਸ,
ਤੇ ਬੱਦਲ ਬਣਾ ਦਿੰਦੇ ਹਨ। ਕਈ ਵਾਰ ਇਹ ਬਹੁਤ ਜ਼ਿਆਦਾ ਕੰਡੈਂਸ ਹੋ ਕੇ ਹੇਲਜ਼ ਦਾ ਰੂਪ, ਜਿਸ ਨੂੰ ਅਸੀਂ ਗੜੇ ਕਹਿ ਦਿੰਦੇ ਹਾਂ, ਉਹ ਵੀ ਬਣ ਜਾਂਦੇ ਹਨ। ਨੈਕਸਟ, ਲਿਸਟ ਦੀ 3 ਹਿਊਮਨ ਐਕਟੀਵਿਟੀਜ਼ ਦੈਟ ਯੂ ਥਿੰਕ ਸ਼ੁੱਡ ਲੀਡ ਟੂ ਏਅਰ ਪੋਲਿਊਸ਼ਨ। ਮਨੁੱਖ ਦੀਆਂ 3 ਕਿਹੜੀਆਂ ਐਕਟੀਵਿਟੀਜ਼ ਹਨ ਜਿਹੜੀਆਂ ਏਅਰ ਪੋਲਿਊਸ਼ਨ ਪੈਦਾ ਕਰਦੀਆਂ ਹਨ? ਨੰਬਰ 1, ਕੰਬਸ਼ਨ ਆਫ ਫੋਜਲ ਫਿਊਲਸ। ਜਿੰਨੇ ਫੋਜਲ ਫਿਊਲ ਬਲਦੇ ਹਨ, ਡੀਜ਼ਲ, ਪੈਟਰੋਲ ਐਟਸੈਟਰਾ, ਕੋਲਾ, ਇਹ ਸਾਰੇ ਫਿਊਜ਼ਲ ਫਿਊਲ ਹਨ। ਇਹਨਾਂ ਦੀ ਕੰਬਸ਼ਨ, ਇਹਨਾਂ ਦਾ ਜਲਣਾ। ਐਕਸੈਸਿਵ ਯੂਜ਼ ਆਫ ਬਰਨਿੰਗ ਆਫ ਫੋਜਲ ਫਿਊਲਸ ਲਾਈਕ ਕੋਲ ਐਂਡ ਪੈਟਰੋਲੀਅਮ ਬਾਏ ਮੈਨ, ਕਿੱਥੇ ਵੀ? ਇਨ ਇੰਡਸਟਰੀਜ਼ ਐਂਡ ਆਟੋਮੋਬਾਈਲਸ, ਫੈਕਟਰੀਆਂ ਅਤੇ ਗੱਡੀਆਂ ਵਿੱਚ। ਪ੍ਰੋਡਿਊਸਿਸ ਡਿਫਰੈਂਟ ਆਕਸਾਈਡਸ ਆਫ ਨਾਈਟ੍ਰੋਜਨ ਐਂਡ ਸਲਫਰ। ਇਹ ਨਾਈਟ੍ਰੋਜਨ ਅਤੇ ਸਲਫਰ ਦੇ ਆਕਸਾਈਡ ਪੈਦਾ ਕਰਦੇ ਹਨ। ਆਕਸਾਈਡ ਕੀ ਹੁੰਦੇ ਨੇ? ਜਿਸ ਤਰ੍ਹਾਂ ਨਾਈਟ੍ਰੋਜਨ ਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ, ਨਾਈਟ੍ਰੋਜਨ ਟਰਾਈਆਕਸਾਈਡ, ਸਲਫਰ ਆਕਸਾਈਡ, ਸਲਫਰ ਡਾਈਆਕਸਾਈਡ। ਇਸ ਲਈ ਇਸ ਨੂੰ ਲਿਖ ਦਿੱਤਾ ਆਕਸਾਈਡਸ ਆਫ ਨਾਈਟ੍ਰੋਜਨ ਐਂਡ ਸਲਫਰ। ਦੇ ਆਰ ਨਾਟ ਓਨਲੀ ਡੇਂਜਰਸ ਟੂ ਆਵਰ ਰੈਸਪੀਰੇਟਰੀ ਸਿਸਟਮ ਬਟ ਆਲਸੋ ਲੀਡਸ ਟੂ ਐਸਿਡ ਰੇਨ। ਇਹ ਸਾਡੀ ਰੈਸਪੀਰੇਟਰੀ ਸਿਸਟਮ ਨੂੰ ਹੀ, ਸਾਹ ਪ੍ਰਣਾਲੀ ਨੂੰ ਹੀ ਇਫੈਕਟ ਨਹੀਂ ਕਰਦੇ, ਇਹ ਐਸਿਡ ਰੇਨ ਵੀ ਪੈਦਾ ਕਰਦੇ ਹਨ। ਜਦੋਂ ਬਾਰਿਸ਼ ਹੁੰਦੀ ਹੈ ਤਾਂ ਜਿਹੜੇ ਇਹ ਸਲਫਾਈਡਸ ਨੇ ਹਵਾ ਦੇ ਵਿੱਚ ਘੁਲ ਕੇ ਐਸਿਡ ਬਣਾਉਂਦੇ ਨੇ, ਜਿਸ ਨੂੰ ਐਸਿਡ ਰੇਨ ਕਹਿੰਦੇ ਆ। ਸੈਕਿੰਡ, ਡੀਫੋਰੈਸਟੇਸ਼ਨ, ਜੰਗਲਾਂ ਦਾ ਕੱਟਣਾ। ਕਟਿੰਗ ਆਫ ਟਰੀਜ਼ ਲੀਡਸ ਟੂ ਦਾ ਡਿਟੀਰੀਏਸ਼ਨ ਆਫ ਐਟਮੋਸਫੀਅਰ। ਇਸ ਨਾਲ ਵੀ ਐਟਮੋਸਫੀਅਰ 'ਤੇ ਫਰਕ ਪੈਂਦਾ ਹੈ। ਦੀ ਪੋਲਿਊਟੈਂਟਸ ਆਲਸੋ ਕਮ ਫਰੋਮ ਦਾ ਇੰਡਸਟਰੀਜ਼। ਕੁਝ ਪੋਲਿਊਟੈਂਟ ਇੰਡਸਟਰੀ ਵਿੱਚੋਂ ਵੀ ਆਉਂਦੇ ਹਨ। ਤੀਸਰਾ ਕਾਰਨ ਹੈ ਫੋਰੈਸਟ ਫੇਅਰ, ਜੰਗਲਾਂ ਨੂੰ ਫਾਇਰਸ, ਅੱਗ ਲੱਗਣਾ। ਐਕਸੈਸਿਵ ਮਾਈਨ ਐਂਡ ਓਰ ਰਿਫਾਈਨਿੰਗ, ਓਰਸ ਕੱਢਣੀਆਂ ਧਰਤੀ ਦੇ ਵਿੱਚੋਂ, ਮਾਈਨਿੰਗ ਵਿੱਚੋਂ। ਐਕਸੈਸਿਵ ਯੂਜ਼ ਆਫ ਕਲੋਰੋਫਲੋਰੋਕਾਰਬਨਸ, ਜਿਹੜੇ ਓਜ਼ੋਨ ਲੇਅਰ ਨੂੰ ਖਤਮ ਕਰਦੇ ਹਨ, ਕਲੋਰੋਫਲੋਰੋਕਾਰਬਨਸ। ਐਂਡ ਐਕਸੈਸਿਵ ਇੰਡਸਟਰੀਏਸ਼ਨ ਲੀਡਸ ਟੂ ਦਾ ਏਅਰ ਪੋਲਿਊਸ਼ਨ, ਅਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਫੈਕਟਰੀਆਂ ਦਾ ਡਿਵੈਲਪ ਹੋਣਾ, ਇੰਡਸਟਰੀ ਲੱਗਣੀ, ਇਹ ਵੀ ਏਅਰ ਪੋਲਿਊਸ਼ਨ ਦਾ ਕਾਰਨ ਹੈ। ਨੈਕਸਟ ਕੁਐਸਚਨ ਹੈ ਜੀ, ਵਾਈ ਡੂ ਆਰਗੇਨਿਜ਼ਮ ਨੀਡ ਵਾਟਰ? ਆਰਗੇਨਿਜ਼ਮ ਨੂੰ ਪਾਣੀ ਦੀ ਲੋੜ ਕਿਉਂ ਹੈ? ਇੰਪੋਰਟੈਂਸ ਆਫ ਵਾਟਰ। ਆਲ ਸੈਲੂਲਰ ਪ੍ਰੋਸੈਸਿਸ ਟੇਕ ਪਲੇਸ ਇਨ ਵਾਟਰ ਮੀਡੀਅਮ। ਜਿੰਨੀਆਂ ਵੀ ਸਾਡੇ ਸੈੱਲਸ ਦੇ ਵਿੱਚ ਪ੍ਰੋਸੈਸ ਹੁੰਦੀਆਂ ਨੇ, ਡਾਈਜੈਸ਼ਨ, ਐਕਸਕ੍ਰੀਸ਼ਨ, ਸਾਰੀਆਂ ਪਾਣੀ ਕਰਕੇ ਹੁੰਦੀਆਂ ਹਨ। ਆਲ ਰਿਐਕਸ਼ਨਸ ਦੈਟ ਟੇਕ ਪਲੇਸ ਵਿਦਨ ਆਵਰ ਬੋਡੀ। ਜਿੰਨੀਆਂ ਵੀ ਰਿਐਕਸ਼ਨ ਸਾਡੀ ਬੋਡੀ 'ਚ ਹੁੰਦੀਆਂ ਨੇ ਐਂਡ ਵਿਦਨ ਦਾ ਸੈੱਲ, ਅਤੇ ਸੈੱਲ ਦੇ ਵਿੱਚ ਹੁੰਦੀਆਂ ਨੇ, ਅਕਰ ਬਿਟਵੀਨ ਸਬਸਟਾਂਸ, ਉਹਨਾਂ ਸਬਸਟਾਂਸ ਕਰਕੇ ਹੁੰਦੀਆਂ ਨੇ, ਦੈਟ ਆਰ ਡਿਜ਼ੋਲਵਡ ਇਨ ਵਾਟਰ, ਜਿਹੜੇ ਪਾਣੀ ਵਿੱਚ ਘੁਲੇ ਹੁੰਦੇ ਹਨ। ਤੀਸਰਾ, ਸਬਸਟਾਂਸਿਸ ਆਰ ਆਲਸੋ ਟਰਾਂਸਪੋਰਟਡ ਫਰੋਮ ਵਨ ਪਾਰਟ ਆਫ ਦਾ ਬੋਡੀ ਟੂ ਦਾ ਅਦਰ ਇਨ ਡਿਜ਼ੋਲਵਡ ਫਾਰਮ। ਜਿੰਨਾ ਮਟੀਰੀਅਲ ਡਾਈਜੈਸਟ ਹੋਣ ਤੋਂ ਬਾਅਦ ਟਰਾਂਸਪੋਰਟ ਹੁੰਦਾ ਹੈ, ਉਹ ਵੀ ਪਾਣੀ ਕਰਕੇ ਹੀ ਹੁੰਦਾ ਹੈ, ਕਿਉਂਕਿ ਉਸ ਨੂੰ ਬਲੱਡ ਨੇ ਕਰਨਾ ਹੈ, ਅਤੇ ਬਲੱਡ ਦੇ ਵਿੱਚ 70% ਵਾਟਰ ਹੈ। ਆਰਗੇਨਿਜ਼ਮ ਨੀਡ ਟੂ ਮੇਨਟੇਨ ਦੀ ਲੈਵਲ ਆਫ ਵਾਟਰ ਵਿਦਨ ਦੇਅਰ ਬੋਡੀਜ਼ ਇਨ ਆਰਡਰ ਟੂ ਸਰਵਾਈਵ। ਸਾਰੇ ਆਰਗੇਨਿਜ਼ਮ ਆਪਣੇ ਜੀਵਨ ਨੂੰ ਚਲਾਉਣ ਲਈ ਆਪਣੀ ਬੋਡੀ ਦੇ ਵਿੱਚ ਸਹੀ ਮਾਤਰਾ ਵਿੱਚ ਪਾਣੀ ਰੱਖਦੇ ਨੇ। ਵਾਟਰ ਇਜ਼ ਦੀ ਯੂਨੀਵਰਸਲ ਸੋਲਵੈਂਟ। ਸੋਲਵੈਂਟ ਜਿਹੜਾ ਆਪਣੇ ਆਪ ਵਿੱਚ ਸਾਰੀਆਂ ਚੀਜ਼ਾਂ ਨੂੰ ਘੋਲ ਲਵੇ। ਜਿਹੜੀ ਵੀ ਚੀਜ਼ ਘੁਲਣ ਵਾਲੀ ਹੈ ਉਹ ਪਾਣੀ ਵਿੱਚ ਜ਼ਰੂਰ ਘੁਲੇਗੀ। ਵਾਟਰ ਇਜ਼ ਏ ਯੂਨੀਵਰਸਲ ਸੋਲਵੈਂਟ ਐਂਡ ਹੈਲਪਸ ਦੀ ਆਰਗੇਨਿਜ਼ਮ ਇਨ ਮੈਨੀ ਵੇਜ਼। ਅਤੇ ਪਾਣੀ ਸਾਰੀਆਂ ਚੀਜ਼ਾਂ ਨੂੰ ਘੋਲਦਾ ਹੈ। ਇਸ ਤਰ੍ਹਾਂ ਸਾਡੀ ਬੋਡੀ ਵਿੱਚ ਵੀ ਜਿੰਨੀ ਡਿਜ਼ੋਲਵ ਦੀ ਪ੍ਰੋਸੈਸ ਹੈ, ਪਾਣੀ ਕਰਕੇ ਹੁੰਦੀ ਹੈ। ਨੈਕਸਟ ਵੀ, ਵਾਟਰ is required by organism for many of their activities such as ਹੋਰ human activities, agriculture, production of hydropower,
ਬਿਜਲੀ ਬਣਾਉਣੀ, ਡਰਿੰਕਿੰਗ, ਕੁਕਿੰਗ ਐਟਸੈਟਰਾ। ਟਰੈਸਟਰੀਅਲ ਲਾਈਫ ਜਿਹੜੇ ਧਰਤੀ 'ਤੇ ਰਹਿੰਦੇ ਹਨ ਫੋਰਮ ਰਿਕੁਆਇਰ ਫਰੈਸ਼ ਵਾਟਰ, ਇਹਨਾਂ ਨੂੰ ਤਾਜ਼ਾ ਪਾਣੀ ਚਾਹੀਦਾ ਹੈ ਬਿਕੋਜ਼ ਦੇਅਰ ਬੋਡੀ ਕੈਨ ਨਾਟ ਟੋਲਰੇਟ ਹਾਈ ਅਮਾਊਂਟ ਆਫ ਡਿਜ਼ੋਲਵਡ ਸਾਲਟ ਐਂਡ ਸਲਾਈਨ ਵਾਟਰ। ਖਾਰੇ ਪਾਣੀ ਦੇ ਵਿੱਚ ਜਾਂ ਸਲਾਈਨ ਸ਼ੁੱਧ ਪਾਣੀ ਦੇ ਵਿੱਚ ਜਿਹੜੇ ਸਾਲਟ ਹਨ ਉਹਨਾਂ ਦੀ ਬਜਾਏ ਸਾਫ਼ ਪਾਣੀ ਬੋਡੀ ਲਈ ਜ਼ਰੂਰੀ ਹੈ ਕਿਉਂਕਿ ਉਹ ਸ਼ੁੱਧ ਸਲਾਈਨ ਵਾਟਰ ਨੂੰ ਟੋਲਰੇਟ ਨਹੀਂ ਕਰਦੀ, ਸਾਫ਼ ਵਾਟਰ ਨੂੰ ਕਰਦੀ ਹੈ। ਦੀ ਅਵੇਲੇਬਿਲਿਟੀ ਆਫ ਵਾਟਰ ਇਜ਼ ਦੀ ਮੇਜਰ ਸੋਰਸਿਸ ਵਿਚ ਡਿਟਰਮਾਈਨਡ ਦੀ ਡਾਇਵਰਸਿਟੀ ਆਫ ਲਾਈਫ ਔਨ ਲੈਂਡ। ਜਿੰਨੀ ਪਾਣੀ ਦੀ ਸੁਵਿਧਾ ਜ਼ਿਆਦਾ ਹੋਵੇਗੀ, ਅਵੇਲੇਬਲ ਜ਼ਿਆਦਾ ਹੋਊਗਾ, ਉਨੀ ਹੀ ਉੱਥੇ ਡਾਇਵਰਸਿਟੀ ਹੋਊਗੀ, ਉਨੇ ਹੀ ਉੱਥੇ ਵੱਖਰੇ ਵੱਖਰੇ ਪ੍ਰਕਾਰ ਦੇ ਜੀਵ ਨੇ, ਜਿਹੜੇ ਜੀਵ ਜੰਤੂ ਐਨੀਮਲਸ ਪਲਾਂਟ ਸਾਨੂੰ ਮਿਲਣਗੇ। ਸੋ ਇੱਥੋਂ ਪਤਾ ਲੱਗ ਜਾਂਦਾ ਜਿੱਥੇ ਜ਼ਿਆਦਾ ਪੰਛੀ ਹਨ, ਪਸ਼ੂ ਹਨ, ਪਲਾਂਟਸ ਹਨ, ਉੱਥੇ ਪਾਣੀ ਵੀ ਜ਼ਿਆਦਾ ਹੋਵੇਗਾ। ਦਸ ਵਾਟਰ ਇਜ਼ ਅਸੈਂਸ਼ੀਅਲ ਫਾਰ ਮੇਨਟੇਨੈਂਸ ਐਂਡ ਵੈਰੀ ਐਗਜ਼ਿਸਟੈਂਸ ਆਫ ਲਾਈਫ। ਇਸ ਲਈ ਜੀਵਨ ਦੀ ਹੋਂਦ ਲਈ ਅਤੇ ਮੇਨਟੇਨ ਰੱਖਣ ਲਈ ਪਾਣੀ ਹੈ ਜਿਹੜਾ ਬਹੁਤ ਜ਼ਰੂਰੀ ਹੈ। ਵਾਟ ਇਜ਼ ਦੀ ਮੇਜਰ ਸੋਰਸਿਸ ਆਫ ਫਰੈਸ਼ ਵਾਟਰ ਇਨ ਸਿਟੀ, ਟਾਊਨ, ਵਿਲੇਜ ਯੂ ਲਿਵ। ਕਿਹੜੇ ਕਿਹੜੇ ਸੋਰਸਿਸ ਹਨ? ਸਾਨੂੰ ਪਤਾ ਹੈ ਜੀ, ਰਿਵਰਸ, ਲੇਕਸ, ਪਾਉਂਡਸ ਆਰ ਆਲਸੋ ਫਰੈਸ਼। ਦੀ ਵਾਟਰ ਇਜ਼ ਅਵੇਲੇਬਲ ਫਾਰ ਹਿਊਮਨ ਯੂਜ਼। ਫਰੈਸ਼ ਵਾਟਰ ਇਜ਼ ਫਾਊਂਡ। ਸਾਫ਼ ਪਾਣੀ ਕਿੱਥੇ ਹਨ? ਆਈਸ ਕੇਪਸ ਐਂਡ ਔਨ ਸਨੋ ਕਵਰਡ ਮਾਊਂਟੇਨ, ਜਿਹੜੇ ਗਲੇਸ਼ੀਅਰਸ ਹਨ ਉੱਥੇ ਹਨ। ਐਂਡ ਦੀ ਅੰਡਰਗਰਾਊਂਡ ਵਾਟਰ, ਅਤੇ ਧਰਤੀ ਨਿਚਲਾ ਪਾਣੀ ਹੈ ਜਿਹੜਾ ਉਹ ਵੀ ਪੀਣ ਯੋਗ ਹੈ। ਡੂ ਯੂ ਨੋ ਐਨੀ ਐਕਟੀਵਿਟੀ ਵਿਚ ਮੇ ਪਲਿਊਟਿੰਗ ਦੀ ਵਾਟਰ ਸੋਰਸ। ਵਾਟਰ ਸੋਰਸ ਨੂੰ ਕਿਹੜੀ ਐਕਟੀਵਿਟੀ ਪਲਿਊਟ ਕਰਦੀ ਹੈ? ਨੰਬਰ 1 ਸੀਵਰੇਜ ਫਰਾਮ ਟਾਊਨਸ ਐਂਡ ਸਿਟੀਜ਼ ਐਂਡ ਵੇਸਟ ਫਰਾਮ ਦ ਫੈਕਟਰੀਜ਼ ਰਿਲੀਜ਼ਡ ਇਨਟੂ ਵਾਟਰ ਬਾਡੀਜ਼। ਸੀਵਰੇਜ ਸਿਟੀ ਦਾ ਅਤੇ ਫੈਕਟਰੀਆਂ ਤੋਂ ਪਾਣੀ ਜਿਹੜਾ ਰਿਲੀਜ਼ ਹੁੰਦਾ, ਫੈਕਟਰੀਆਂ ਦੇ ਵਿੱਚੋਂ ਜਿਹੜਾ ਪਾਣੀ ਰਿਲੀਜ਼ ਹੁੰਦਾ, ਜਿਹੜਾ ਵਾਟਰ ਬਾਡੀ 'ਚ ਐਡ ਹੋ ਜਾਂਦਾ, ਉਹ ਪਲਿਊਟ ਕਰਦਾ। ਡਿਸਚਾਰਜਿੰਗ ਹੌਟ ਵਾਟਰ ਫਰਾਮ ਕੂਲਿੰਗ ਟਾਵਰ ਇਨਟੂ ਵਾਟਰ ਬਾਡੀਜ਼ ਐਕਟ ਲਿਵਿੰਗ ਔਰਗੈਨਿਜ਼ਮ। ਕਈ ਥਾਂ 'ਤੇ ਫੈਕਟਰੀਆਂ ਦੇ ਵਿੱਚੋਂ ਬਹੁਤ ਗਰਮ ਪਾਣੀ ਹੈ ਜਿਹੜਾ ਉਹ ਡਿਸਪੋਜ਼ ਹੁੰਦਾ, ਬਾਹਰ ਕੱਢਿਆ ਜਾਂਦਾ ਵਾਟਰ ਬਾਡੀ ਦੇ ਵਿੱਚ ਨੂੰ, ਜਿਹਦੇ ਨਾਲ ਨੇੜੇ ਦੇ ਜੀਵ ਨੇ ਉਹਨਾਂ ਦੇ ਲਈ ਟੈਂਪਰੇਚਰ ਵੱਧ ਜਾਂਦਾ ਅਤੇ ਉਹਨਾਂ ਲਈ ਉਹ ਘਾਤਕ ਹੈ। ਸੋ ਅੱਜ ਲਈ ਬੇਟੇ ਇਹ ਤੁਸੀਂ ਰਿਵਾਈਜ਼ ਕਰ ਲੈਣੇ ਹਨ। ਨੈਕਸਟ ਫਿਰ ਆਪਾਂ ਜਿਹੜੇ ਕੁਐਸਚਨ ਨੇ ਉਹ ਵੀ ਤੁਹਾਨੂੰ ਰਿਵਾਈਜ਼ ਕਰਾਵਾਂਗੇ। ਥੈਂਕ ਯੂ।